ਪਿਆਰੇ ਵਿਦਿਆਰਥੀਓ, ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ YouTube ਚੈਨਲ 'ਤੇ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ 10ਵੀਂ ਸ਼੍ਰੇਣੀ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਕਹਾਣੀ ਨੰਬਰ 3 ਅੰਗ ਸੰਗ ਪੜ੍ਹ ਰਹੇ ਹਾਂ। ਹੁਣ ਤੱਕ ਕਹਾਣੀ ਵਿੱਚ ਅਸੀਂ ਪੜ੍ਹਿਆ ਹੈ ਕਿ ਅੰਗ ਸੰਗ ਕਹਾਣੀ ਵਿੱਚ ਕਰਤਾਰ ਸਿੰਘ ਨਸ਼ਿਆਂ ਦਾ ਆਦੀ ਸੀ, ਜਿਸ ਕਾਰਨ ਉਸ ਨੂੰ ਆਪਣੀ ਜ਼ਿੰਦਗੀ ਤੋਂ ਛੋਟੀ ਉਮਰ ਹੀ ਹੱਥ ਧੋਣਾ ਪਿਆ ਸੀਗਾ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅਮਰੀਕ ਸਿੰਘ, ਜੋ ਸਰਕਾਰੀ ਨੌਕਰੀ ਕਰਦਾ ਅਤੇ ਬਹੁਤਾ ਘਰੋਂ ਬਾਹਰ ਹੀ ਰਹਿੰਦਾ ਹੈ, ਤੇ ਸਿਰ ਘਰ ਦੀ ਸਾਰੀਆਂ ਜ਼ਿੰਮੇਵਾਰੀਆਂ ਅਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ। ਛੋਟੀ ਭੈਣ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਅਮਰੀਕ ਨੇ ਨਿਭਾਉਣੀ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਆਪ ਨੂੰ ਕੋਸਦਾ ਹੈ ਕਿ ਜੇ ਉਹ ਪਿਤਾ ਦੇ ਜਿਉਂਦਿਆਂ ਉਸ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਅੱਜ ਅਸੀਂ ਇਸ ਕਹਾਣੀ ਦਾ ਪੰਨਾ ਨੰਬਰ 29 ਤੇ 30 ਪੜ੍ਹਨ ਜਾ ਰਹੇ ਹਾਂ ਤੇ ਕਹਾਣੀ ਨੂੰ ਸਮਾਪਤ ਕਰਨ ਜਾ ਰਹੇ ਹਾਂ। ਆਓ ਕਹਾਣੀ ਸ਼ੁਰੂ ਕਰਦੇ ਹਾਂ। ਇਸ ਸਾਰੇ ਕੁਝ ਲਈ ਪੈਸੇ ਦੀ ਲੋੜ ਸੀ। ਅਮਰੀਕ ਸੋਚਦਾ ਸੀ ਕਿ ਉਹ ਹੁਣ ਆਪ ਵਾਹੀ ਵੱਲ ਧਿਆਨ ਦੇਵੇਗਾ ਤਾਂ ਹੀ ਸਾਰੀਆਂ ਲੋੜਾਂ ਪੂਰੀਆਂ ਹੋਣਗੀਆਂ। 2-2.5 ਕਿੱਲੇ ਹੋਰ ਕੁੜੀਆਂ ਦੇ ਵਿਆਹ ਤੇ ਉਸਦੇ ਪਿਓ ਨੇ ਗਹਿਣੇ ਕਰ ਦਿੱਤੇ ਸਨ। ਉਸਦਾ ਖਿਆਲ ਸੀ ਬਚਦੇ 5-6 ਕਿੱਲਿਆਂ ਵਿੱਚੋਂ ਜੇ ਉਹ ਖਾਦ ਆਦਿ ਪਾ ਕੇ ਫਸਲ ਬੀਜਿਆ ਕਰਨਗੇ ਤਾਂ ਘਰ ਦਾ ਗੁਜ਼ਾਰਾ ਤੁਰ ਪਏਗਾ। ਹੁਣ ਉਹ ਸਾਰੀ ਤਨਖਾਹ ਆਪਣੇ ਹੱਥੀਂ ਵਰਤਿਆ ਕਰੂ। ਅੱਗੇ ਤਾਂ ਸਾਰੀ ਤਨਖਾਹ ਖੇਰੂ ਖੇਰੂ ਹੋ ਜਾਂਦੀ ਸੀ। ਉਸ ਨੂੰ ਆਸ ਸੀ ਜੇ ਹੁਣ ਮਹਿੰਦਰ ਵਾਹੀ ਵਿੱਚ ਚੰਗੀ ਤਰ੍ਹਾਂ ਧਿਆਨ ਦੇਏ ਤਾਂ ਹੌਲੀ ਹੌਲੀ ਉਹ ਆਪਣੀ ਜ਼ਮੀਨ ਵੀ ਛੁਡਾ ਲੈਣਗੇ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਅਮਰੀਕ ਇਹ ਸੋਚਣ ਲੱਗ ਪਿਆ ਕਿ ਜੋ ਉਹਨਾਂ ਦੀ ਜ਼ਮੀਨ ਬਚੀ ਹੈ ਉਹ ਉਸ 'ਤੇ ਹੁਣ ਖਾਦ ਆਦਿ ਪਾ ਕੇ ਫਸਲ ਬੀਜੇਗਾ ਤੇ ਆਪਣੀ ਤਨਖਾਹ ਵੀ ਉਹ ਬਹੁਤ ਹੀ ਧਿਆਨ ਨਾਲ ਘਰ ਵਿੱਚ ਵਰਤਿਆ ਕਰੇਗਾ ਤੇ ਇਸ ਤਰ੍ਹਾਂ ਹੀ ਹੌਲੀ ਹੌਲੀ ਉਹ ਬਾਕੀ ਜ਼ਮੀਨ ਵੀ ਛੁਡਾ ਲਵੇਗਾ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਸਵੇਰੇ ਉਸਨੇ ਨੌਕਰੀ 'ਤੇ ਤੁਰ ਜਾਣਾ ਸੀ, ਇਸ ਲਈ ਉਸਨੇ ਛੋਟੇ ਭਰਾ ਮਹਿੰਦਰ ਨਾਲ ਵਾਹੀ ਬਾਰੇ ਗੱਲ ਤੋਰ ਲਈ। ਮਿੰਦਰਾ, ਤਕੜਾ ਹੋ ਕੇ ਪੈ ਜਾ ਕੰਮ ਨੂੰ, ਹੁਣ ਮੈਂ ਵੀ ਹਫ਼ਤੇ 10 ਦਿਨੀ ਗੇੜਾ ਮਾਰ ਜਿਆ ਕਰੂੰ। ਉਹ ਜਿਹੜੀ ਜੀਤੇ ਹੋਰਾਂ ਕੋਲ ਪੈਲੀ ਗਹਿਣੇ ਆ, ਉਸ ਲਾਈਨ ਵਾਲੇ ਬਚਦੇ ਪੌਣੇ ਕਿੱਲੇ 'ਚ ਪੱਠੇ ਬੀਜ ਛੱਡੀ। ਵਾਹ ਕੇ ਮੈਂ ਪਰਸੋਂ ਵੇਖ ਕੇ ਆਇਆ, ਉਰਲੀ ਪੈਲੀ 'ਚ ਝੋਨਾ ਲਾਵਾਂਗੇ, ਠੀਕ ਹੈ ਨਾ? ਮਿੰਦਰ ਚੁੱਪ ਰਿਹਾ। ਆਕਾਸ਼ ਵਿੱਚ ਤਾਰਿਆਂ ਨੂੰ ਘੂਰਦਾ ਰਿਹਾ ਤੇ ਫਿਰ ਪਾਸਾ ਬਦਲ ਕੇ ਲੰਮਾ ਪੈ ਗਿਆ, ਜਿਵੇਂ ਉਹ ਜਾਣ ਬੁੱਝ ਕੇ ਨਾ ਬੋਲਣਾ ਚਾਹੁੰਦਾ ਹੋਵੇ। ਅਮਰੀਕ ਫੇਰ ਬੋਲਿਆ ਤਾਂ ਜਗੀਰ ਕੌਰ ਨੇ ਕਿਹਾ, ਉਹ ਪੌਣਾ ਕਿੱਲਾ ਤਾਂ ਪਿਛਲੇ ਸਾਲ ਦਾ ਗਹਿਣੇ ਕਰ ਦਿੱਤਾ ਹੋਇਆ ਹੈ। ਕਿਹੜਾ ਉਤਲਾ? ਪਿਆਰੇ ਵਿਦਿਆਰਥੀਓ, ਕਿ ਕਿਵੇਂ ਅਮਰੀਕ ਨੇ ਆਪਣੇ ਛੋਟੇ ਭਰਾ ਨਾਲ ਘਰ ਦੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਤੋਰਨ ਦੇ ਲਈ ਉਸਨੇ ਇਹ ਗੱਲ ਕੀਤੀ ਕਿ ਉਹ ਹੁਣ ਪੈਲੀ 'ਤੇ ਫਸਲ ਆਦਿ ਬੀਜੇਗਾ ਤੇ ਸਾਰੇ ਘਰ ਨੂੰ ਹੁਣ ਬੜੇ ਹੀ ਧਿਆਨ ਨਾਲ ਚਲਾਏਗਾ ਤੇ ਆਪਣੇ ਭਰਾ ਨੂੰ ਵੀ ਉਸਨੇ ਇਹ ਗੱਲ ਕਹੀ ਕਿ ਉਹ ਤਕੜਾ ਹੋ ਕੇ ਇਹ ਸਾਰਾ ਕੰਮ ਕਰ ਲਵੇ। ਪਰ ਉਸਦੇ ਭਰਾ ਨੇ ਉਸਦੀ ਗੱਲ ਨੂੰ ਅਣਗੌਲਿਆ ਕਰਦਿਆਂ ਪਾਸਾ ਪਰਤ ਲਿਆ ਤੇ ਇਸੇ ਵਿੱਚ ਹੀ ਉਸਦੀ ਮਾਂ ਜਗੀਰ ਕੌਰ ਨੇ ਇਹ ਉੱਤਰ ਦਿੱਤਾ ਕਿ ਉਹ ਤਾਂ ਪਿਛਲੇ ਸਾਲ ਦਾ ਹੀ ਪੌਣਾ ਕਿੱਲਾ ਗਹਿਣੇ ਕਰ ਦਿੱਤਾ ਗਿਆ ਹੈ। ਆਓ ਅੱਗੇ ਕਹਾਣੀ ਪੜ੍ਹਦੇ ਹਾਂ। ਆਹੋ, ਕਿਉਂ ਉਹਦੀ ਆਵਾਜ਼ ਵਿੱਚ ਗੁੱਸਾ ਸੀ। ਆ ਤੇਰੀ ਭੈਣ ਦੀ ਸੱਸ ਦੇ ਇਕੱਠ 'ਤੇ ਜਦੋਂ ਗਏ ਸਾਂ ਉਦੋਂ, ਮਾਂ ਦੱਬੀ ਆਵਾਜ਼ ਵਿੱਚ ਬੋਲੀ। ਅਮਰੀਕ ਨੇ ਸੋਚਿਆ ਹੁਣ ਖਿਝਣ ਦਾ ਕੀ ਫਾਇਦਾ ਸੀ। ਪਹਿਲਾਂ ਆਪ ਘਰ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਜ਼ਮੀਨ ਗਹਿਣੇ ਨਾ ਪੈਂਦੀ। ਉਹ ਇਸ ਨੂੰ ਹੁਣ ਹੀ ਸਮਝ ਕੇ ਪੀ ਗਿਆ। ਤੇ ਪਿੱਛੇ ਪੈਲੀ ਕਿਹੜੀ ਰਹਿ ਗਈ ਫਿਰ? ਉਸਨੇ ਜਿਵੇਂ ਖੇਲਾ ਨੂੰ ਪੁੱਛਿਆ ਹੋਵੇ। ਕੋਈ ਜਵਾਬ ਨਾ ਆਇਆ। ਉੱਧਰੋਂ ਖਾਦ ਦੇ ਪੈਸੇ ਦੇਣੇ ਆ, ਪਤਾ ਨਹੀਂ ਕਿੱਥੇ ਖਾਦ ਪਾਉਂਦੇ ਰਹੇ ਜੇ, ਫਸਲ ਤਾਂ ਕਦੀ ਖਾਣ ਜੋਗੀ ਆਈ ਨਹੀਂ। ਉਹ ਆਪ ਹੀ ਬੁੜ-ਬੁੜ ਕਰਕੇ ਚੁੱਪ ਕਰ ਗਿਆ। ਜਦੋਂ ਉਸਨੂੰ ਇਹ ਅਮਰੀਕ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਾ ਤਾਂ ਉਹ ਆਪਣੇ ਮਨ ਵਿੱਚ ਹੀ ਖਿਝਦਾ ਰਿਹਾ। ਆਓ ਅੱਗੇ ਕਹਾਣੀ ਸ਼ੁਰੂ ਕਰਦੇ ਹਾਂ। ਖਾਦ ਤਾਂ ਅੱਗੇ ਨਕਦ ਵੇਚ ਕੇ ਪੈਸੇ ਵੱਟ ਕੇ ਵਰਤ ਲਏ ਸਨ, ਖੇਤਾਂ 'ਚ ਕਿੱਥੇ ਪਈ ਸੀ? ਮਹਿੰਦਰ ਪਹਿਲੀ ਵਾਰ ਬੋਲਿਆ। ਉਹਦੀ ਆਵਾਜ਼ ਵਿੱਚ ਪਤਾ ਨਹੀਂ ਸੀ ਲੱਗਦਾ ਨਿਰਲੇਪਤਾ ਸੀ ਜਾਂ ਕੁੜੱਤਣ। ਅਮਰੀਕ ਨੂੰ ਇਹ ਸੁਣ ਕੇ ਅੰਦਰੋਂ ਵੱਟ ਚੜ੍ਹਿਆ। ਮੈਂ ਆਣਾ, ਤੁਸੀਂ ਇੰਨੇ ਪੈਸੇ ਵਰਤਦੇ ਕਿੱਥੇ ਰਹੇ ਜੇ? ਮਾਤਾ, ਤੂੰ ਸਭ ਕੁਝ ਸਾਥੋਂ ਲੁਕਾਉਂਦੀ ਰਹੀ ਏਂ। ਉਸਦੀ ਆਵਾਜ਼ ਵਿੱਚ ਮਾਂ ਪ੍ਰਤੀ ਦਬਵਾਂ ਜਿਹਾ ਗੁੱਸਾ ਸੀ।
ਕਿਵੇਂ ਅਮਰੀਕ ਜਦੋਂ ਸਾਰੀਆਂ ਗੱਲਾਂ ਇਹ ਸੁਣੀਆਂ ਤਾਂ ਉਸਨੇ ਆਪਣੀ ਮਾਂ ਨੂੰ ਗੁੱਸੇ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਉਹਨਾਂ ਤੋਂ ਸਾਰੀਆਂ ਗੱਲਾਂ ਲੁਕਾਉਂਦੀ ਰਹੀ ਹੈ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਮੈਂ ਕੀ ਲੁਕਾਉਂਦੀ ਰਹੀ ਹਾਂ? ਤੂੰ ਤਾਂ ਘਰ ਦਾ ਖਹਿੜਾ ਹੀ ਛੱਡਿਆ ਹੋਇਆ ਸੀ। ਉਹ ਮਨਮਰਜ਼ੀ ਕਰਦਾ ਸੀ। ਉਸਦੇ ਅਮਲ ਦਾ ਇੰਨਾ ਖਰਚਾ ਘਰੋਂ ਹੀ ਤਾਂ ਹੁੰਦਾ ਸੀ। ਤੂੰ ਅਣਜਾਣ ਤਾਂ ਨਾ ਬਣ। ਉਹ ਦੰਦ ਘੁੱਟੀ ਲੰਮਾ ਪਿਆ ਰਿਹਾ। ਇੰਨਾ ਪੈਸਾ ਉਹ ਕਿਵੇਂ ਉਤਾਰੇਗਾ? ਵਾਹੀ ਕਿਵੇਂ ਤੋਰੇਗਾ? ਝੋਨੇ ਲਈ ਖਾਦ ਵੀ ਚਾਹੀਦੀ ਸੀ। ਪਿਆਰੇ ਵਿਦਿਆਰਥੀਓ, ਜਦੋਂ ਅਮਰੀਕ ਨੇ ਇਹ ਸਾਰੀਆਂ ਗੱਲਾਂ ਸੋਚੀਆਂ ਤਾਂ ਉਹ ਇਹ ਸੋਚਣ ਲੱਗ ਪਿਆ ਕਿ ਹੁਣ ਉਹ ਇੰਨਾ ਪੈਸਾ ਕਿੱਥੋਂ ਆਵੇਗਾ। ਆਓ ਅੱਗੇ ਕਹਾਣੀ ਪੜ੍ਹਦੇ ਹਾਂ। ਮੱਖਣ ਸੌ ਵੀ ਇੱਕ ਪਰ ਨੋਟ ਲਈ ਫਿਰਦਾ ਜੇ। ਮੈਨੂੰ ਵਿਖਾਉਂਦਾ ਸੀ ਭਾਈਏ ਨੇ ਉਸ ਤੋਂ ਵੀ 500 ਰੁਪਈਆ ਵਿਆਜੀ ਫੜਿਆ ਹੋਇਆ ਜੇ। ਮੈਨੂੰ ਆਂਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਹੀ ਗੱਲ ਕਰੂੰ। ਮਿੰਦਰ ਨੇ ਇੱਕ ਹੋਰ ਭੇਦ ਇਸ ਤਰ੍ਹਾਂ ਖੋਲ੍ਹਿਆ ਜਿਵੇਂ ਮੱਥੇ ਵਿੱਚ ਕੁਝ ਪਟਕ ਕਰਕੇ ਮਾਰੀਦਾ ਹੈ। ਕਿ ਮਹਿੰਦਰ ਨੇ ਕਿਵੇਂ ਅਮਰੀਕ ਨੂੰ ਉਸਦੇ ਜ਼ਿੰਮੇਵਾਰੀ ਦੇ ਅਹਿਸਾਸ ਕਰਾਉਣ ਦੀ ਇੱਕ ਹੋਰ ਗੱਲ ਦੱਸੀ। ਲਓ ਹੋਰ ਸੁਣ ਲੈ। ਮੈਂ ਆਣਾ ਸਭ ਪਾਸੇ ਦੇਣਾ ਹੀ ਦੇਣਾ। ਅਮਰੀਕ ਉੱਠ ਕੇ ਬੈਠ ਗਿਆ। ਪਹਿਲਾਂ ਤਾਂ ਉਹ ਗੁੱਸੇ ਵਿੱਚ ਭਰ ਗਿਆ, ਪਰ ਫਿਰ ਹੌਲੀ ਹੌਲੀ ਉਹਦੇ ਮੱਥੇ ਦੀਆਂ ਕੱਸੀਆਂ ਹੋਈਆਂ ਨਾੜਾਂ ਢਿੱਲੀਆਂ ਪੈ ਗਈਆਂ। ਉਸ ਸੋਚਿਆ ਇਸ ਸਭ ਕੁਝ ਨੂੰ ਪ੍ਰਵਾਨ ਕਰਨਾ ਹੀ ਪੈਣਾ ਸੀ। ਤੇ ਫਿਰ ਉਹ ਫਿੱਕਾ ਜਿਹਾ ਹੱਸ ਕੇ ਬੋਲਿਆ, ਉਹ ਬਾਬਾ ਇੱਕੋ ਵਾਰ ਦੱਸ ਦਿਓ ਕਿਹਦਾ ਕਿਹਦਾ ਕੀ ਦੇਣਾ ਮੈਂ। ਹੌਲੀ ਹੌਲੀ ਕਿਉਂ ਲੱਗੇ ਹੋ? ਤੇ ਫਿਰ ਉਹ ਆਪ ਹੀ ਬੋਲਿਆ, ਨਾਲੇ ਘਰ ਗਵਾਇਆ ਨਾਲੇ ਭੜੂਆ ਅਖਵਾਇਆ। ਲੋਕੀ ਸੌ ਸੌ ਗੱਲਾਂ ਕਰਦੇ ਨੇ। ਧਰਮ ਨਾਲ ਜੀ ਕਰਦਾ ਧਰਤੀ 'ਚ ਨਿੱਘਰ ਜੀਏ ਜਦੋਂ ਸੁਣੀਦਾ। ਉਹ ਪੀ ਕੇ ਉਸ ਨਾਲ ਮੋੜ 'ਤੇ ਪਿਆ ਸੀ, ਕਦੀ ਉਸ ਮੋੜ 'ਤੇ। ਪਿਆਰੇ ਵਿਦਿਆਰਥੀਓ, ਜਦ ਅਮਰੀਕ ਨੇ ਆਪਣੇ ਪਿਓ ਦੀਆਂ ਸਾਰੀਆਂ ਗੱਲਾਂ ਸੁਣੀਆਂ ਮਹਿੰਦਰ ਦੇ ਤੇ ਆਪਣੀ ਮਾਂ ਦੇ ਮੂੰਹ ਤੋਂ, ਤਾਂ ਉਹ ਹੱਸ ਕੇ ਇਸ ਤਰ੍ਹਾਂ ਬੋਲਿਆ ਜਿਵੇਂ ਕਿ ਉਸਨੂੰ ਇੱਕੋ ਵਾਰੀ ਹੀ ਸਾਰੀਆਂ ਗੱਲਾਂ ਦੱਸ ਦਿਓ। ਬਾਰ-ਬਾਰ ਉਸਨੂੰ ਇਹ ਉਸਦੀ ਜ਼ਿੰਮੇਵਾਰੀ ਦਾ ਅਹਿਸਾਸ ਨਾ ਕਰਾਓ। ਨਮੋਸ਼ੀ ਦੀ ਗੱਲ ਸੁਣਦਿਆਂ ਹੀ ਵੱਡੀ ਕੁੜੀ ਬੋਲੀ, ਸੱਚੀ ਭਾਜੀ ਅਸੀਂ ਤੇ ਤੁਹਾਨੂੰ ਡਰਦੇ ਦੱਸਦੇ ਨਹੀਂ ਸਾਂ ਉਦੋਂ। ਭਾਈਆ ਤੇ ਹੁਣ ਸੱਚੀ ਪੁੱਠੇ ਕੰਮੀ ਉਤਰ ਆਇਆ ਸੀ। 2-3 ਮਹੀਨੇ ਹੋਏ ਘਰੋਂ ਪਤੀਲਾ ਚੁੱਕ ਕੇ ਚੰਚਲ ਕਲੀ ਵਾਲੇ ਕੋਲ ਵੇਚ ਦਿੱਤਾ। ਅਸੀਂ ਲੱਭਦੇ ਫਿਰੀਏ, ਪਿੱਛੋਂ ਪਤਾ ਲੱਗਾ ਫਿਰ ਚੰਚਲ ਤੋਂ ਮੋੜ ਕੇ ਆਂਦਾ ਪੈਸੇ ਦੇ ਕੇ ਕਿ ਕਿਵੇਂ ਭੈਣ ਨੇ ਵੀ ਆਪਣੇ ਭਰਾ ਨੂੰ ਉਸ ਆਪਣੇ ਪਿਤਾ ਦੀਆਂ ਗਲਤ ਆਦਤਾਂ ਦਾ ਭਾਂਡਾ ਫੋੜਿਆ। ਅਮਰੀਕ ਨੂੰ ਇੱਕ ਧੱਕਾ ਜਿਹਾ ਲੱਗਾ। ਉਹ ਸੋਚਿਆ ਜੇ ਕਿਧਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਉਹ ਕੀ ਮੂੰਹ ਦਿਖਾਉਂਦਾ। ਹੋ ਸਕਦਾ ਸੀ ਉਸਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਕਰ ਦਿੰਦਾ। ਤੇ ਇਹ ਸਭ ਕੁਝ ਸੋਚਦਿਆਂ ਉਹ ਜਿਵੇਂ ਨਮੋਸ਼ੀ ਵਿੱਚ ਗਰਕ ਹੁੰਦਾ ਜਾ ਰਿਹਾ ਸੀ। ਤੁਸੀਂ ਛੱਡੋ ਉਹਦੀਆਂ ਗੱਲਾਂ। ਉਹ ਤਾਂ ਚੰਚਲ ਦੀ ਹੱਟੀ 'ਚ ਵੜ ਕੇ ਕਈ ਵਾਰ ਨਸਵਾਰ ਵੀ ਲੈਂਦਾ ਸੀ ਤੇ ਹੁਣ ਤਾਂ ਪੀਣ ਦੀ ਥਾਂ ਉਹ ਨਸ਼ੇ ਦੀਆਂ ਗੋਲੀਆਂ ਜਿਹੀਆਂ ਵੀ ਖਾਂਦਾ ਸੀ ਤੇ ਉਹ ਬੀੜਾ ਜਿਹਾ ਵੀ ਲੈ ਲੈਂਦਾ ਸੀ। ਮਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ ਚੰਗਾ ਹੋਇਆ ਉਹਦੇ ਪਿਓ ਦੀਆਂ ਇਹ ਗੱਲਾਂ ਉਸ ਕੋਲੋਂ ਲੁਕੀਆਂ ਰਹੀਆਂ ਸਨ। ਇੰਝ ਉਹ ਸ਼ਰੇਆਮ ਨਹੀਂ ਸੀ ਕਰਦਾ। ਇਸ ਲਈ ਹੋ ਸਕਦਾ ਹੈ ਲੋਕਾਂ ਨੂੰ ਵੀ ਉਸ ਦੀਆਂ ਇਹਨਾਂ ਗੱਲਾਂ ਦਾ ਪਤਾ ਨਾ ਹੀ ਹੋਵੇ ਤੇ ਉਹਦਾ ਪਿਓ ਸ਼ਰੇਆਮ ਭਾਂਡੇ ਚੁੱਕਦਾ, ਨਸਵਾਰ ਲੈਂਦਾ ਤੇ ਗੋਲੀਆਂ ਖਾ ਕੇ ਡਿੱਗਦਾ ਰਹਿੰਦਾ ਤਾਂ ਉਹਨਾਂ ਦੇ ਪਰਿਵਾਰ ਦੀ ਕੋਈ ਇੱਜ਼ਤ ਰਹਿਣੀ ਸੀ ਭਲਾ। ਅੱਗੇ ਵੱਡੀ ਕੁੜੀ ਦੇ ਸਾਕ ਟੁੱਟਣ ਦੀ ਨਮੋਸ਼ੀ ਨੇ ਉਹਦੀ ਜ਼ਮੀਨ ਨੂੰ ਧੁਰ ਅੰਦਰੋਂ ਜ਼ਖਮੀ ਕਰ ਦਿੱਤਾ ਹੋਇਆ ਸੀ। ਕਿਉਂ ਬੀਬੀ ਠੀਕ ਗੱਲ ਏ? ਉਸ ਨੂੰ ਭਰੇ ਪੀਤੇ ਨੂੰ ਇਤਰਾਜ਼ ਸੀ ਕਿ ਉਹਦੀ ਮਾਂ ਨੇ ਉਸਨੂੰ ਰੁਪਏ ਕਰਜ਼ ਚੁੱਕਣ, ਜ਼ਮੀਨ ਗਹਿਣੇ ਪਾਉਣ ਤੇ ਇਸ ਤਰ੍ਹਾਂ ਉਹਦੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਕੁਝ ਨਹੀਂ ਸੀ ਦੱਸਿਆ। ਠੀਕ ਆ, ਹੋਰ ਝੂਠ ਥੋੜ੍ਹਾ, ਸਭ ਤੋਂ ਛੋਟੀ ਕੁੜੀ ਬੋਲ ਪਈ। ਇਸ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਬਚਦੀ ਸੀ, ਜੇ ਉਹ ਜਿਉਂਦਾ ਰਹਿੰਦਾ ਤਾਂ ਉਹ ਵੀ ਗਹਿਣੇ ਪੈ ਜਾਣੇ ਸੀ ਤੇ ਪਿੱਛੇ ਰਹਿ ਜਾਣਾ ਸੀ। ਗੱਲ ਅਮਰੀਕ ਦੇ ਮੂੰਹ ਵਿੱਚ ਹੀ ਸੀ ਕਿ ਮਹਿੰਦਰ ਬੋਲ ਪਿਆ, ਪਿੱਛੇ ਰਹਿ ਜਾਣਾ ਸੀ ਠੁਣ ਠੁਣ ਗੋਪਾਲ। ਮਹਿੰਦਰ ਗੱਲ ਕਰਕੇ ਫਿੱਕਾ ਜਿਹਾ ਹੱਸਿਆ। ਉਹਦੇ ਹਾਸੇ ਵਿੱਚ ਨਾ ਹੀ ਕੋਈ ਖੁਸ਼ੀ ਸੀ ਤੇ ਨਾ ਹੀ ਕੋਈ ਦਰਦ। ਅਜੀਬ ਤਰ੍ਹਾਂ ਦਾ ਇੱਕ ਬੇਰੰਗ ਹਾਸਾ। ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਵੀ 1-2 ਜੀਅ ਹੌਲੀ ਜਿਹੀ ਹੱਸੇ। ਇੰਝ ਲੱਗਦਾ ਸੀ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਆਖੀ ਗੱਲ ਸਰਬਸੰਮਤੀ ਨਾਲ ਪ੍ਰਵਾਨ ਸੀ ਤੇ ਉਹ ਉਸ ਘਰ ਦੇ ਸਾਈਂ ਦੇ ਵੇਲੇ ਸਿਰ ਤੁਰ ਜਾਣ ਤੇ ਜਿਵੇਂ ਸੁਰਖਰੂ ਹੋਏ ਮਹਿਸੂਸ ਕਰ ਰਹੇ ਸਨ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਜਦੋਂ ਅਮਰੀਕ ਨੂੰ ਆਪਣੇ ਪਿਓ ਦੀਆਂ ਇਹ ਸਾਰੀਆਂ ਗੱਲਾਂ ਦਾ ਪਤਾ ਲੱਗਾ
ਤਾਂ ਉਸਨੇ ਸੋਚਿਆ ਕਿ ਜੇ ਉਹ ਜਿੰਦਾ ਰਹਿੰਦਾ ਤਾਂ ਪਤਾ ਨਹੀਂ ਜਿਹੜੀ 2 ਕਿੱਲੇ ਜ਼ਮੀਨ ਬਚਦੀ ਸੀ ਉਹ ਵੀ ਗਹਿਣੇ ਪੈ ਜਾਣੀ ਸੀ। ਇਹ ਸਭ ਗੱਲਾਂ ਕਰਦੇ ਕਰਦੇ ਮਹਿੰਦਰ ਵਿੱਚੋਂ ਬੋਲ ਪਿਆ ਕਿ ਪਿੱਛੇ ਰਹਿ ਜਾਣਾ ਸੀ ਠੁਣ ਠੁਣ ਗੋਪਾਲ। ਮਹਿੰਦਰ ਇਹ ਗੱਲ ਕਰਕੇ ਫਿੱਕਾ ਜਿਹਾ ਹੱਸਿਆ ਤੇ ਬਾਕੀ ਵੀ ਪਰਿਵਾਰ ਦੇ ਸਾਰੇ ਮੈਂਬਰ ਹੌਲੀ ਜਿਹੀ ਹੱਸੇ, ਜਿਵੇਂ ਉਹ ਕਹਿ ਰਹੇ ਹੋਣ ਕਿ ਉਹਨਾਂ ਦਾ ਨਸ਼ੇੜੀ ਸ਼ਰਾਬੀ ਪਿਓ ਸਮੇਂ ਸਿਰ ਹੀ ਚਲਾ ਗਿਆ ਹੈ। ਜੇਕਰ ਉਹ ਜਿੰਦਾ ਰਹਿੰਦਾ ਤਾਂ ਪਤਾ ਨਹੀਂ ਉਹਨਾਂ ਨੂੰ ਹੋਰ ਕੀ ਕੀ ਦੇਖਣਾ ਪੈਣਾ ਸੀ। ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਨੂੰ ਮਹਿੰਦਰ ਦੀ ਕਹੀ ਗੱਲ ਸਰਬਸੰਮਤੀ ਨਾਲ ਪ੍ਰਵਾਨ ਸੀ ਤੇ ਘਰ ਦੇ ਬਾਕੀ ਜੀਅ ਵੀ ਇਸ ਸਰਬਸੰਮਤੀ ਵਿੱਚ ਇਸ ਗੱਲ ਨੂੰ ਪ੍ਰਵਾਨ ਕਰ ਰਹੇ ਸਨ। ਪਿਆਰੇ ਵਿਦਿਆਰਥੀਓ, ਇਸ ਕਹਾਣੀ ਵਿੱਚ ਲੇਖਕ ਨੇ ਇਹ ਸੰਦੇਸ਼ ਦਿੱਤਾ ਹੈ ਕਿ ਜਿਹੜੇ ਛੋਟੇ ਕਿਸਾਨ ਪਰਿਵਾਰ ਦੀਆਂ ਤੰਗੀਆਂ ਤੁਰਸ਼ੀਆਂ ਮਜਬੂਰੀਆਂ ਤੇ ਨਸ਼ੇ ਦੀਆਂ ਭੈੜੀਆਂ ਆਦਤਾਂ ਕਾਰਨ ਉਹਨਾਂ ਦੇ ਪਰਿਵਾਰ ਦੀ ਮੰਦਹਾਲੀ ਨੂੰ ਖੂਬ ਵਧੀਆ ਢੰਗ ਨਾਲ ਬਿਆਨ ਕੀਤਾ ਹੈ ਤੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਜੋ ਨਸ਼ੇ ਹੁੰਦੇ ਹਨ ਸਿਰਫ ਉਸ ਬੰਦੇ ਨੂੰ ਹੀ ਬਰਬਾਦ ਨਹੀਂ ਕਰਦੇ ਜਿਹੜਾ ਨਸ਼ੇ ਕਰਦਾ ਹੈ, ਸਗੋਂ ਉਸ ਨਸ਼ਿਆਂ ਦੇ ਨਾਲ ਨਾਲ ਉਸਦੇ ਪਰਿਵਾਰ ਨੂੰ ਵੀ, ਪਰਿਵਾਰ ਦੇ ਜੀਵਾਂ ਨੂੰ ਵੀ ਬਰਬਾਦ ਕਰਕੇ ਰੱਖ ਦਿੰਦੇ ਹਨ। ਆਓ ਹੁਣ ਇਸ ਨਾਲ ਸੰਬੰਧਿਤ ਤੁਹਾਨੂੰ ਕੁਝ ਪ੍ਰਸ਼ਨ ਦੱਸ ਦਈਏ ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ 'ਤੇ ਲਿਖਣਾ ਹੈ। ਪ੍ਰਸ਼ਨ ਨੰਬਰ 1, ਅਮਰੀਕ ਹੁਣ ਕਿਸ ਵੱਲ ਧਿਆਨ ਦੇਣ ਬਾਰੇ ਸੋਚਣ ਲੱਗਾ? ਪ੍ਰਸ਼ਨ ਨੰਬਰ 2, ਅਮਰੀਕ ਦੀ ਪਹਿਲਾਂ ਤਨਖਾਹ ਕੀ ਹੋ ਜਾਂਦੀ ਸੀ? ਪ੍ਰਸ਼ਨ ਨੰਬਰ 3, ਅਮਰੀਕ ਦਾ ਪਰਿਵਾਰ ਕਿਸ ਦੀ ਸੱਸ ਦੇ ਇਕੱਠ 'ਤੇ ਗਏ ਸਨ? ਪ੍ਰਸ਼ਨ ਨੰਬਰ 4, ਅਮਰੀਕ ਨੇ ਕਿੰਨੇ ਦਿਨਾਂ ਬਾਰੇ ਗੇੜਾ ਮਾਰਨ ਬਾਰੇ ਕਿਹਾ? ਅਮਰੀਕ ਨੇ ਹੁਣ ਤਨਖਾਹ ਬਾਰੇ ਕੀ ਸੋਚਿਆ? ਉਸ ਤੋਂ ਬਾਅਦ ਖਾਲੀ ਸਥਾਨ ਭਰੋ। ਅਮਰੀਕ ਨੇ ਸੋਚਿਆ ਹੁਣ ਡੈਸ਼ ਦਾ ਕੋਈ ਫਾਇਦਾ ਨਹੀਂ, ਦੁਖੀ ਹੋਣ ਦਾ, ਖਿਝਣ ਦਾ। ਉਸ ਤੋਂ ਬਾਅਦ ਉਰਲੀ ਪੈਲੀ ਵਿੱਚ ਡੈਸ਼ ਲਾਵਾਂਗੇ, ਕਣਕ, ਝੋਨਾ। ਉਸ ਤੋਂ ਬਾਅਦ ਵਾਕ ਬਣਾਓ, ਨੌਕਰੀ, ਪੈਲੀ, ਫਸਲ, ਮਹਿਸੂਸ, ਜਿੱਤ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।